ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੂਲ ਮੰਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ 'ਚੋਂ ਨਿਕਲਿਆ ਸਭ ਤੋਂ ਪਹਿਲਾ ਬ੍ਰਹਮ ਵਾਕ ਹੀ ਮੂਲ ਮੰਤਰ ਹੈ, ਜਿਸ ਨੂੰ ਬੀਜ ਮੰਤਰ ਵੀ ਕਹਿੰਦੇ ਹਨ। ਇਹ ਮੰਤਰ ਸਿੱਧਾ ਪਰਮਾਤਮਾ ਤੋਂ ਆਇਆ ਹੈ। ਅੱਜ ਆਪਾਂ ਇਸ ਮੰਤਰ ਦੀ ਵਿਆਖਿਆ ਕਰਾਂਗੇ। ਇੱਕ ਓਂਕਾਰ। ਇੱਕ ਓਂਕਾਰ ਦਾ ਅਰਥ ਹੈ ਇੱਕ ਪਰਮਾਤਮਾ। ਪਰਮਾਤਮਾ ਇੱਕ ਹੈ। ਸਾਰੇ ਸੰਸਾਰ ਦੀ ਪੈਦਾਇਸ਼ ਵੀ ਇੱਕ ਤੋਂ ਹੋ ਰਹੀ ਹੈ ਅਤੇ ਵਿਨਾਸ਼ ਵੀ ਇੱਕ ਤੋਂ ਹੀ ਹੋ ਰਿਹਾ ਹੈ। ਸਤਿਨਾਮ। ਰੱਬ ਸੱਚਾ ਹੈ, ਇਸ ਦੀ ਹੋਂਦ ਸੱਚੀ ਹੈ, ਇਸ ਕਰਕੇ ਉਸ ਪਰਮਾਤਮਾ ਦਾ ਨਾਮ ਵੀ ਸੱਚਾ ਹੈ। ਕਰਤਾ ਪੁਰਖ ਭਾਵ ਉਹ ਮਾਲਕ, ਸਾਰੇ ਬ੍ਰਹਿਮੰਡ ਦਾ ਮਾਲਕ ਹੈ, ਕਿਉਂਕਿ ਉਹ ਸਾਰੇ ਬ੍ਰਹਿਮੰਡ ਦੀ ਸੁੰਦਰ ਰਚਨਾ ਕਰਦਾ ਹੈ, ਪੂਰੀ ਦੁਨੀਆ ਬਣਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਇਸ ਕਰਕੇ ਉਹ ਪਰਮਾਤਮਾ ਕਰਤਾ ਪੁਰਖ ਅਖਵਾਉਂਦਾ ਹੈ। ਨਿਰਭਉ। ਨਿਰਭਉ ਭਾਵ ਨਿਡਰ, ਬਹਾਦਰ ਤੋਂ ਹੈ। ਉਸ ਪਰਮਾਤਮਾ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ। ਡਰ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਕੋਈ ਵੱਡੀ ਜਾਂ ਬਰਾਬਰ ਦੀ ਤਾਕਤ ਹੋਵੇ, ਪਰ ਜੇ ਪਰਮਾਤਮਾ ਦੇ ਬਰਾਬਰ ਕੋਈ ਹੈ ਹੀ ਨਹੀਂ, ਫਿਰ ਉਸ ਨੂੰ ਡਰ ਕਿਸ ਤੋਂ ਹੈ। ਗੁਰੂ ਦੇ ਸੱਚੇ ਗਿਆਨ ਸਦਕਾ ਜਦੋਂ ਉਸ ਪਰਮਾਤਮਾ ਬਾਰੇ ਸਮਝ ਆ ਜਾਵੇ ਤਾਂ ਮਨੁੱਖ ਦੇ ਸਾਰੇ ਡਰ ਮਿਟ ਜਾਂਦੇ ਹਨ, ਭਾਵੇਂ ਉਹ ਮੌਤ ਦਾ ਡਰ ਹੀ ਕਿਉਂ ਨਾ ਹੋਵੇ। ਨਿਰਵੈਰ। ਨਿਰਵੈਰ ਤੋਂ ਭਾਵ ਹੈ ਜਿਹਨੂੰ ਕਿਸੇ ਦੇ ਨਾਲ ਕੋਈ ਵੈਰ ਜਾਂ ਦੁਸ਼ਮਣੀ ਨਹੀਂ। ਉਹ ਪਰਮਾਤਮਾ ਸੱਚਾ ਤੇ ਨਿਡਰ ਹੈ। ਉਸ ਦਾ ਕੋਈ ਵਿਰੋਧੀ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਮੁਕਾਬਲਾ ਕਰਨ ਵਾਲਾ ਹੈ। ਉਹ ਇਕੱਲਾ ਹੀ ਨਿਡਰ ਤੇ ਤਾਕਤਵਰ ਹੈ, ਇਸ ਲਈ ਉਸ ਦੀ ਕਿਸੇ ਨਾਲ ਨਫ਼ਰਤ ਹੋਣਾ ਅਸੰਭਵ ਹੈ। ਉਸ ਦੀ ਆਪਣੀ ਹੋਂਦ ਹੈ, ਇਸ ਕਰਕੇ ਉਹ ਵੈਰ ਰਹਿਤ ਹੈ। ਅਕਾਲ ਮੂਰਤ। ਅਕਾਲ ਤੋਂ ਭਾਵ ਕਿਸੇ ਵੀ ਵੇਲੇ 'ਚ ਨਾ ਆਉਣ ਵਾਲਾ ਅਕਾਲ ਅਖਵਾਉਂਦਾ ਹੈ। ਇਹ ਕਹਿ ਸਕਦੇ ਹਾਂ ਕਿ ਭੂਤਕਾਲ, ਵਰਤਮਾਨ ਤੇ ਭਵਿੱਖ ਕਾਲ 'ਚ ਸਦਾ ਰਹਿਣ ਵਾਲਾ ਪਰਮਾਤਮਾ ਅਕਾਲ ਹੈ। ਪਰਮਾਤਮਾ ਅਰੂਪ ਹੈ। ਉਸ ਦਾ ਕੋਈ ਰੂਪ ਨਹੀਂ, ਕੋਈ ਚਿੰਨ੍ਹ ਨਹੀਂ ਤੇ ਨਾ ਹੀ ਉਸ ਦਾ ਕੋਈ ਆਕਾਰ ਹੈ। ਉਹ ਕਾਲਪਨਿਕ ਮੂਰਤ ਹੈ। ਨਾ ਹੀ ਉਹ ਨਾਰੀ ਹੈ, ਨਾ ਹੀ ਉਹ ਨਰ ਹੈ। ਉਹ ਤਾਂ ਇੱਕ ਅਲੌਕਿਕ ਜੋਤ ਹੈ। ਆਜੂਨੀ। ਆਜੂਨੀ ਤੋਂ ਭਾਵ ਹੈ ਜੋ ਜਨਮ ਮਰਨ ਦੀ ਜੋਨੀ ਵਿੱਚ ਨਹੀਂ ਆਉਂਦਾ। ਉਸ ਪਰਮਾਤਮਾ ਦਾ ਜਨਮ ਕਿਸੇ ਮਾਤਾ ਦੀ ਕੁੱਖੋਂ ਨਹੀਂ ਹੋਇਆ। ਉਹ ਪਰਮਾਤਮਾ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੈ। ਉਹ ਆਪਣੇ ਆਪ 'ਚ ਹੀ ਸੰਪੂਰਨ ਹੈ, ਪੂਰਾ ਹੈ। ਇਸ ਕਰਕੇ ਉਹ ਪਰਮਾਤਮਾ ਅਖਵਾਉਂਦਾ ਹੈ। ਉਸ ਵਰਗਾ ਕੋਈ ਨਹੀਂ ਹੈ। ਉਹ ਇੱਕ ਸ਼ਕਤੀ ਹੈ ਜੋ ਮਹਿਸੂਸ ਕੀਤੀ ਜਾ ਸਕਦੀ ਹੈ। ਸੈਭੰ। ਸੈਭੰ ਤੋਂ ਭਾਵ ਹੈ ਪਰਮਾਤਮਾ ਆਪਣੀ ਰਚਨਾ ਖੁਦ ਕਰਦਾ ਹੈ। ਉਹ ਆਪਣੇ ਆਪ ਤੋਂ ਹੀ ਹੈ। ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੋਇਆ ਹੈ। ਉਹ ਇੱਕ ਪਵਿੱਤਰ ਚੇਤਨਾ ਹੈ। ਗੁਰਪ੍ਰਸਾਦ ਭਾਵ ਗੁਰੂ ਜੀ ਦੀ ਮਿਹਰ ਸਦਕਾ ਜੀਵਾਂ ਨੂੰ ਜੋ ਆਨੰਦ ਮਿਲਿਆ ਹੈ, ਉਸ ਨੂੰ ਗੁਰਪ੍ਰਸਾਦ ਕਿਹਾ ਜਾਂਦਾ ਹੈ। ਪਰਮਾਤਮਾ ਦਾ ਸਰੂਪ ਹੀ ਆਨੰਦ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲ ਹੀ ਮੂਲ ਮੰਤਰ ਹੈ, ਜੋ ਕਿ ਬੜਾ ਹੀ ਸੁਖਦਾਇਕ ਹੈ। ਜਪ। ਜਪ ਦਾ ਅਰਥ ਹੈ ਪਰਮਾਤਮਾ ਦਾ ਸਿਮਰਨ ਕਰਨਾ ਤੇ ਉਸ ਨੂੰ ਹਰ ਵੇਲੇ ਚੇਤੇ ਰੱਖਣਾ, ਕਿਉਂਕਿ ਉਸ ਪਰਮਾਤਮਾ ਦੇ ਕਰਕੇ ਹੀ ਜੀਵਾਂ ਦੀ ਹੋਂਦ ਮੌਜੂਦ ਹੈ। ਉਹ ਜੀਵਾਂ ਨੂੰ ਬਣਾਉਂਦਾ ਤੇ ਨਾਸ ਕਰਦਾ ਹੈ। ਆਦਿ ਸੱਚ, ਜੁਗਾਦ ਸੱਚ ਭਾਵ ਪਰਮਾਤਮਾ ਸਮੇਂ ਦੇ ਆਰੰਭ ਤੋਂ ਹੀ ਹੋਂਦ ਵਿੱਚ ਹੈ। ਜਦੋਂ ਤੋਂ ਯੁੱਗਾਂ ਦੀ ਸ਼ੁਰੂਆਤ ਹੋਈ, ਉਹ ਪਰਮਾਤਮਾ ਉਦੋਂ ਤੋਂ ਹੀ ਹਾਜ਼ਰਾ ਹਜ਼ੂਰ ਹੈ। ਉਹ ਇੱਕ ਜੋਤ ਸਰੂਪ ਹੈ, ਜਿਸ ਦੇ ਆਸਰੇ ਸਾਰੇ ਜੀਵ ਟਿਕੇ ਹਨ। ਉਹ ਜੀਵਾਂ ਦੀ ਟੇਕ ਹੈ, ਜੀਵਾਂ ਦਾ ਆਸਰਾ ਹੈ। ਹੈਪੀ ਸੱਚ, ਨਾਨਕ ਹੋਸੀ ਭੀ ਸੱਚ ਭਾਵ ਹਜੋਕੇ ਸਮੇਂ ਵਿੱਚ ਪਰਮਾਤਮਾ ਮੌਜੂਦ ਹੈ। ਉਸ ਦਾ ਹੀ ਨਾਮ ਸਾਰੇ ਬ੍ਰਹਿਮੰਡ ਵਿੱਚ ਲਿਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਇਹੀ ਸ਼ਬਦ ਨਿਕਲੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਦਾ ਸੱਚਾ ਨਾਮ ਸਦਾ ਕਾਇਮ ਰਹੇਗਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ, ਸ਼ੇਅਰ ਜ਼ਰੂਰ ਕਰ ਦਿਓ ਜੀ।